ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਬਾਰੇ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲਬਿਆਨੀ ਕਰਨੀ ਬਣਦੀ ਹੈ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਦਿਨ ਵੇਲੇ ਕਰੜੀ ਧੁੱਪ ਨਿਕਲੀ ਹੈ। ਪਾਰਾ ਜਿਹੜਾ ਤਾਪਮਾਨ ਹੈ ਉਹ 30 ਡਿਗਰੀ ਦੇ ਨੇੜੇ ਤੇੜੇ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 72 ਘੰਟਿਆਂ ਦੇ ਵਿੱਚ ਪੰਜਾਬ, ਹਰਿਆਣਾ ਤੇ ਦਿੱਲੀ ਦਾ ਮੌਸਮ ਸਥਿਰ ਰਹਿਣਾ, ਯਾਨੀ ਕਿ ਦਿਨ ਵੇਲੇ ਗਰਮੀ ਦਾ ਮੌਸਮ ਰਹਿਣਾ ਪੂਰਾ। ਰਾਤ ਦੇ ਵੇਲੇ ਥੋੜ੍ਹੀ ਜਿਹੀ ਠੰਡ ਹੁੰਦੀ ਆ, ਪਰ ਉਹ ਵੀ ਬੇਹੱਦ ਘਟ ਗਈ ਆ ਹੁਣ। ਜੇਕਰ ਆਉਂਦੇ ਦਿਨਾਂ ਦੇ ਵਿੱਚ ਮੀਂਹ ਕਣੀ ਨਾ ਆਈ ਤਾਂ ਉਸ ਤੋਂ ਬਾਅਦ ਇਹ ਗੱਲ ਕਹਿ ਸਕਦੇ ਆ ਵੀ ਠੰਡ ਗਈ। ਤੇ ਜੇਕਰ ਮੀਂਹ ਕਣੀ ਦੀ ਕੋਈ ਸੰਭਾਵਨਾ ਬਣਦੀ ਹੈ ਜਿਹੜੀ ਕਿ ਹਾਲ ਦੀ ਘੜੀ ਦੱਸੀ ਨਹੀਂ ਗਈ, ਤਾਂ ਫਿਰ ਹੋ ਸਕਦਾ ਵੀ 2-4 ਦਿਨ ਠੰਡ ਵੱਧ ਵੀ ਜਾਵੇ। ਪਰ ਇਸ ਵਕਤ ਦਿਨ ਦੇ ਵੇਲੇ ਜਦੋਂ 29 ਤੋਂ ਲੈ ਕੇ 30 ਡਿਗਰੀ ਟੈਂਪਰੇਚਰ ਹੋ ਜਾਂਦਾ ਤਾਂ ਇਹ ਗੱਲ ਕਹਿਣੀ ਕੁਥਾਂ ਨਹੀਂ ਹੋਏਗੀ ਬਈ ਠੰਡ ਗਈ ਤੇ ਗਰਮੀ ਦੇ ਵਿੱਚ ਅਸੀਂ ਪੈਰ ਲਗਭਗ ਧਰ ਚੁੱਕੇ ਹਾਂ। ਹੁਣ ਜੇ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਆ ਤਾਂ ਉਹ ਹੈ ਪਗੜੀ ਸੰਭਾਲ ਦਿਵਸ ਦੇ ਨਾਲ ਸੰਬੰਧਿਤ, ਕਿਉਂਕਿ ਲੰਘੇ ਕੱਲ੍ਹ ਯਾਨੀ ਕਿ 23 ਤਰੀਕ ਨੂੰ ਸਿੰਘੂ ਬਾਰਡਰ ਤੇ ਗਾਜ਼ੀਪੁਰ ਬਾਰਡਰ ਦੇ ਉੱਤੇ, ਟਿਕਰੀ ਬਾਰਡਰ ਦੇ ਉੱਤੇ ਤੇ ਭਾਰਤ ਦੇ ਹੋਰ ਵੱਖ-ਵੱਖ ਹਿੱਸਿਆਂ ਤੇ ਕਿਸਾਨ ਭਾਈਚਾਰੇ ਦੇ ਵੱਲੋਂ, ਨੌਜਵਾਨ ਵਰਗ ਦੇ ਵੱਲੋਂ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਦੇ ਜਨਮ ਦਿਵਸ ਨੂੰ ਸੰਬੰਧਿਤ ਪਗੜੀ ਸੰਭਾਲ ਦਿਵਸ ਦੇ ਤੌਰ ਦੇ ਉੱਤੇ ਮਨਾਇਆ ਗਿਆ। ਬੜੀ ਚੰਗੀ ਗੱਲ ਹੈ, ਮਨਾਉਣੇ ਵੀ ਚਾਹੀਦੇ ਆ। ਆਮ ਤੌਰ ਦੇ ਉੱਤੇ ਇਹਨਾਂ ਦਿਨਾਂ ਨੂੰ ਅਸੀਂ ਚੇਤੇ ਹੀ ਨਹੀਂ ਕਰਦੇ, ਤੇ ਜੇਕਰ ਹੁਣ ਸਾਨੂੰ ਚੇਤੇ ਆਉਣ ਲੱਗੇ ਆ ਤਾਂ ਸਾਡੇ ਚੇਤੇ ਦੇ ਵਿੱਚੋਂ ਕਦੇ ਕਿਰ ਨਾ ਜਾਣ, ਇਸ ਗੱਲ ਦਾ ਵੀ ਸਾਨੂੰ ਖਾਸ ਖਿਆਲ ਰੱਖਣਾ ਪਊਗਾ। ਸੋ ਆਉਂਦੇ ਦਿਨਾਂ ਦੇ ਵਿੱਚ ਵੀ ਹੋਰ ਕਈ ਪ੍ਰੋਗਰਾਮ ਉਹ ਲਿਖੇ ਗਏ ਆ, ਜਿਹਦੇ ਬਾਬਤ ਅਸੀਂ ਕੱਲ੍ਹ ਦੀ ਖਬਰ ਦੇ ਵਿੱਚ ਗੱਲ ਕੀਤੀ ਸੀ ਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਲਗਾਤਾਰ ਅਗਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਰੱਖੇ ਗਏ ਆ, ਜਿਹਦੇ ਵਿੱਚ 26 ਤਰੀਕ ਨੂੰ ਪੂਰੇ 3 ਮਹੀਨੇ ਬਾਰਡਰਾਂ ਦੇ ਉੱਤੇ ਹੋ ਜਾਣੇ ਕਿਸਾਨ ਭਾਈਚਾਰੇ ਨੂੰ ਅੰਦੋਲਨ ਚਲਾਉਂਦੇ ਆ। ਸੋ 90 ਦਿਨ ਦੇ ਸੰਬੰਧ ਦੇ ਵਿੱਚ ਪ੍ਰੋਗਰਾਮ ਬਹੁਤ ਵੱਡਾ ਰੱਖਿਆ ਗਿਆ ਤਾਂ ਜੋ ਯੂਥ ਨੂੰ ਉੱਥੇ ਨਾਲ ਜੋੜਿਆ ਜਾ ਸਕੇ। ਕਿਸਾਨ ਭਾਈਚਾਰਾ ਜਿਹੜਾ ਖਾਸ ਕਰਕੇ ਨੌਜਵਾਨ ਵਰਗ ਆ ਜਿਹੜਾ ਉਹ ਉੱਥੇ ਪਹੁੰਚ ਸਕੇ ਤੇ ਇਹਨੂੰ ਯੂਥ ਦਿਵਸ ਦੇ ਤੌਰ ਦੇ ਉੱਤੇ ਮਨਾਇਆ ਜਾਣਾ। ਨੌਜਵਾਨ ਕਿਸਾਨਾਂ ਨੂੰ ਇਸ ਸਮਰਪਿਤ ਪ੍ਰੋਗਰਾਮ ਕੀਤਾ ਜਾਣਾ। ਸੋ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਕਿਸਾਨ ਉੱਥੇ ਪਹੁੰਚਣਗੇ, ਇਸ ਗੱਲ ਦੀ ਆਸ ਪ੍ਰਗਟਾਈ ਗਈ ਹੈ। ਤੇ ਜੇਕਰ ਹੁਣ ਪਹਿਲੀ ਵੱਡੀ ਖਬਰ ਦੇ ਬਾਰੇ ਜਾਣੇ ਆ ਤਾਂ ਉਹ ਮਹਿਰਾਜ ਪਿੰਡ ਦੇ ਵਿੱਚ ਲੱਖਾ ਸਿਧਾਣਾ ਦੇ ਹੱਕ ਦੇ ਵਿੱਚ ਹੋਈ ਵੱਡੀ ਰੈਲੀ ਨਾਲ ਸੰਬੰਧਿਤ ਹੈ। ਜਿਸ ਤਰੀਕੇ ਦੇ ਨਾਲ ਲੱਖਾ ਸਿਧਾਣਾ ਦੇ ਉੱਤੇ ਦਿੱਲੀ ਪੁਲਿਸ ਦੇ ਵੱਲੋਂ 26 ਤਰੀਕ ਦੀ ਹਿੰਸਾ ਦੇ ਮਾਮਲੇ ਵਿੱਚ ਪਰਚਾ ਦਰਜ ਕੀਤਾ ਗਿਆ, ਜਿਸ ਤਰੀਕੇ ਦੇ ਨਾਲ ਉਹਦੇ ਉੱਤੇ 1 ਲੱਖ ਦਾ ਇਨਾਮ ਰੱਖਿਆ ਗਿਆ, ਜਿਸ ਤਰੀਕੇ ਦੇ ਨਾਲ ਦੀਪ ਸਿੱਧੂ ਤੋਂ ਬਾਅਦ ਪੁਲਿਸ ਇਹ ਗੱਲ ਕਹਿੰਦੀ ਹੈ ਕਿ ਅਸੀਂ ਲੱਖੇ ਸਿਧਾਣੇ ਨੂੰ ਫੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ, ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਲੱਖੇ ਸਿਧਾਣੇ ਦੇ ਵੱਲੋਂ ਸਮੇਂ-ਸਮੇਂ 'ਤੇ ਆਪਣੀਆਂ ਵੀਡੀਓ ਪਾਈਆਂ ਜਾਂਦੀਆਂ। ਤੇ 4-5 ਦਿਨ ਪਹਿਲਾਂ ਲੱਖੇ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ 23 ਤਰੀਕ ਨੂੰ ਮਹਿਰਾਜ ਪਿੰਡ ਦੇ ਵਿੱਚ ਹੁਮ-ਹੁਮਾ ਕੇ ਪਹੁੰਚੋ ਨੌਜਵਾਨ ਵੀਰੋ, ਕਿਉਂਕਿ ਮੈਂ ਵੀ ਉੱਥੇ ਆਊਂਗਾ ਤੇ ਦਿੱਲੀ ਦੀ ਪੁਲਿਸ ਨੇ ਜੇ ਮੈਨੂੰ ਫੜਨਾ ਉੱਥੇ ਆ ਕੇ ਫੜ ਲਵੇ। ਸੋ ਦਿੱਲੀ ਦੀ ਪੁਲਿਸ ਦੀਆਂ ਤਾਰਾਂ ਖੜਕੀਆਂ ਪਈਆਂ ਸੀ। ਇਕੱਠ ਬਹੁਤ ਵੱਡਾ ਹੋਇਆ ਮਹਿਰਾਜ ਪਿੰਡ ਦੇ ਵਿੱਚ। ਗੋਦੀ ਮੀਡੀਆ ਬਹੁਤ ਕੁਝ ਊਲ ਜਲੂਲ ਬੋਲਦਾ ਰਿਹਾ, ਪਰ ਕਿਸੇ ਨੇ ਕੋਈ ਪਰਵਾਹ ਨਹੀਂ ਕੀਤੀ ਤੇ ਦਿੱਲੀ ਦੀ ਪੁਲਿਸ ਜਿਹੜੀ ਮੂਕ ਦਰਸ਼ਕ ਬਣ ਕੇ ਰਹਿ ਗਈ। ਲੱਖਾ ਸਿਧਾਣਾ ਆਇਆ ਵੀ ਇਸ ਰੈਲੀ ਦੇ ਵਿੱਚ, 10 ਮਿੰਟ ਬੋਲ ਕੇ ਵੀ ਇੱਥੇ ਗਿਆ। ਉਹਨੇ ਏਕਤਾ ਦੀ ਗੱਲ ਕੀਤੀ ਹੈ। ਚੰਗੀ ਗੱਲ ਸਭ ਨੂੰ ਇਹ ਲੱਗੀ ਹੈ ਵੀ ਲੱਖੇ ਨੇ ਕੋਈ ਵੱਖਰੇ ਪ੍ਰੋਗਰਾਮ ਦੀ ਗੱਲ ਨਹੀਂ ਕੀਤੀ, ਲੱਖੇ ਨੇ ਕੋਈ ਲੀਹ ਪਾੜ ਕੇ ਚੱਲਣ ਦੀ ਗੱਲ ਨਹੀਂ ਕੀਤੀ। ਉਹਨੇ ਇਹ ਗੱਲ ਜ਼ਰੂਰ ਕਹੀ ਹੈ ਵੀ ਸਾਨੂੰ ਸਭ ਨੂੰ ਇੱਕ ਰਹਿਣਾ ਚਾਹੀਦਾ, ਸਾਡਾ ਕੋਈ ਅੱਡ ਪ੍ਰੋਗਰਾਮ ਨਹੀਂ ਗਾ। ਅਸੀਂ ਇਹ ਚਾਹੁੰਦੇ ਹਾਂ ਜੀ ਕਿ ਦਿੱਲੀ ਦੇ ਮੋਰਚੇ ਨੂੰ ਹੋਰ ਤਾਕਤ ਮਿਲੇ। ਕਿਸਾਨ ਆਗੂਆਂ ਨੂੰ ਵੀ ਉਹਨੇ ਬੇਨਤੀ ਕੀਤੀ ਹੈ ਵੀ ਸਭ ਨੂੰ ਨਾਲ ਲੈ ਕੇ ਚੱਲਿਆ ਜਾਵੇ, ਪਾਟੋ ਧਾੜ ਦੇ ਸ਼ਿਕਾਰ ਨਾ ਹੋਇਆ ਜਾਵੇ। ਨੌਜਵਾਨ ਵਰਗ ਨੂੰ ਅਪੀਲ ਕੀਤੀ ਹੈ ਕਿ 26 ਤਰੀਕ ਨੂੰ ਹੁਮ-ਹੁਮਾ ਕੇ ਦਿੱਲੀ ਦੇ ਵੱਖ-ਵੱਖ ਬਾਰਡਰਾਂ ਦੇ ਉੱਤੇ ਤੁਸੀਂ ਪਹੁੰਚਣਾ। ਸੋ ਕਹਿਣ ਦਾ ਭਾਵ ਇਹ ਹੈ ਕਿ ਲੱਖੇ ਸਿਧਾਣੇ ਨੇ ਆਪਣੇ 10 ਮਿੰਟ ਦੀ ਗੱਲ ਦੇ ਵਿੱਚ ਸਭ ਨੂੰ ਏਕਤਾ ਦੇ ਵਿੱਚ ਰਹਿਣ ਦੀ ਗੱਲ ਆਖੀ ਹੈ, ਸਭ ਨੂੰ ਪਿਆਰ ਦੇ ਨਾਲ ਰਹਿਣ ਦੀ ਗੱਲ ਆਖੀ ਹੈ, ਹੌਸਲੇ ਪਸਤ ਨਹੀਂ ਹੋਣ ਦੇਣੇ, ਇਸ ਗੱਲ ਦਾ ਸੁਨੇਹਾ ਦਿੱਤਾ। ਸੋ ਇਸ ਗੱਲ ਦੇ ਉੱਤੇ ਨੌਜਵਾਨ ਵਰਗ ਦੇ ਵੱਲੋਂ ਅਮਲ ਕੀਤੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਸ ਤੋਂ ਅਗਲੀ ਗੱਲ ਇਹ ਹੈ ਵੀ BJP ਦੇ ਕੁਝ ਕੁ ਆਗੂ ਤੇ ਦਿੱਲੀ ਦੀ ਪੁਲਿਸ ਇਸ ਮਾਮਲੇ ਦੇ ਉੱਤੇ ਅਵੱਲੀਆਂ ਗੱਲਾਂ ਕਰਨ ਲੱਗ ਪਈ ਹੈ। ਦਿੱਲੀ ਦੀ ਪੁਲਿਸ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਫੜ ਤਾਂ ਲੈਣਾ ਸੀ ਲੱਖੇ ਨੂੰ, ਪਰ ਉੱਥੇ ਮਾਹੌਲ ਖਰਾਬ ਹੋ ਸਕਦਾ ਸੀ, ਅਸੀਂ ਇਸ ਕਰਕੇ ਗ੍ਰਿਫਤਾਰ ਨਹੀਂ ਕੀਤਾ। ਪਰ ਭਾਜਪਾ ਦੇ ਪੰਜਾਬ ਦੇ ਇੱਕ ਸੀਨੀਅਰ ਆਗੂ ਨੇ ਗੱਲ ਕਹੀ ਹੈ ਕਿ ਲੱਖੇ ਸਿਧਾਣੇ ਨੂੰ ਕਾਂਗਰਸ ਦੀ ਸ਼ਹਿ ਹੈਗੀ ਆ, ਜਾਣ-ਬੁੱਝ ਕੇ ਕੈਪਟਨ ਸਰਕਾਰ ਦੇ ਵੱਲੋਂ ਹੀ ਇਹ ਸਾਰਾ ਪ੍ਰੋਗਰਾਮ ਰਖਵਾਇਆ ਗਿਆ ਸੀ। ਲੱਖੇ ਸਿਧਾਣੇ ਨੂੰ ਫੜੂਗੀ ਵੀ ਦਿੱਲੀ ਦੀ ਪੁਲਿਸ ਤੇ ਅਸੀਂ ਉਹਦੇ ਕੋਲੋਂ ਜੇਲ੍ਹ ਦੇ ਵਿੱਚ ਚੱਕੀ ਵੀ ਪਿਸਵਾਵਾਂਗੇ। ਕਹਿਣ ਦਾ ਭਾਵ ਇਹ ਹੈ ਕਿ ਇਸ ਵਕਤ ਜੋ ਸ਼ਬਦਕ ਤੌਰ ਦੇ ਉੱਤੇ ਵਾਰ ਕੀਤੇ ਜਾ ਰਹੇ ਆ ਇਹ ਹੈਰਾਨ ਕਰਨ ਵਾਲੇ ਆ। ਕਿਸੇ ਨੂੰ ਚੱਕੀ ਪਿਸਵਾਉਣ ਦੇ ਲਈ ਮਜਬੂਰ ਕਰਨਾ ਇਹ ਕੋਈ ਬਹੁਤੀ ਵੱਡੀ ਪ੍ਰਾਪਤੀ ਵਾਲੀ ਗੱਲ ਤਾਂ ਹੈ ਨਹੀਂ, ਪਰ ਇੱਥੋਂ ਇਹ ਪਤਾ ਜ਼ਰੂਰ ਲੱਗਦਾ ਵੀ ਕਿਸ ਤਰੀਕੇ ਦੀ ਸੋਚ ਰੱਖੀ ਹੋਈ ਹੈ, ਕਿਵੇਂ ਨੌਜਵਾਨ ਵਰਗ ਦੇ ਪ੍ਰਤੀ ਸੋਚ ਚੱਲਦੀ ਹੈ ਅੱਗੇ। ਸੋ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ।
ਪੰਜਾਬ ਭਾਜਪਾ ਦੇ ਆਗੂ ਮਾਸਟਰ ਮੋਹਨ ਲਾਲ ਨੇ ਆਖਿਆ ਕਿ 26 ਜਨਵਰੀ ਦੀ ਦਿੱਲੀ ਹਿੰਸਾ ਮਾਮਲੇ ਵਿੱਚ ਇਨਾਮੀ ਮੁਲਜ਼ਮ ਲੱਖਾ ਸਿਧਾਣਾ ਦਾ ਪੰਜਾਬ ਦੇ ਵਿੱਚ ਰੈਲੀ ਨੂੰ ਸੰਬੋਧਨ ਕਰਨਾ ਪੰਜਾਬ ਸਰਕਾਰ ਤੇ ਵੱਡੇ ਸਵਾਲ ਖੜੇ ਕਰਦਾ ਹੈ। ਉਹਨਾਂ ਨੇ ਕਿਹਾ ਕਿ ਇਹ ਇਨਾਮੀ ਮੁਲਜ਼ਮ ਸਟੇਜ ਦੇ ਉੱਤੇ ਭਾਸ਼ਣ ਦੇ ਰਿਹਾ। ਉਹਨਾਂ ਨੇ ਕਿਹਾ ਕਿ ਮੇਰੇ ਕੋਲੋਂ ਅੱਜ ਲਿਖਵਾ ਲਵੋ, ਲੱਖਾ ਸਿਧਾਣਾ ਦੇ ਕੋਲੋਂ ਜੇਲ੍ਹ ਦੇ ਵਿੱਚ ਚੱਕੀ ਪਿਸਵਾਵਾਂਗੇ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਾਣਬੁੱਝ ਕੇ ਸਾਜ਼ਿਸ਼ ਰਚੀ ਹੈ ਤੇ ਲੱਖੇ ਸਿਧਾਣੇ ਨੂੰ ਹੀਰੋ ਬਣਾਉਣ ਵਾਸਤੇ ਇਹ ਸਾਰਾ ਕੁਝ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਦਿੱਲੀ ਪੁਲਿਸ ਦੀ ਮਦਦ ਕਰਨੀ ਚਾਹੀਦੀ ਸੀ। ਉਹਨਾਂ ਕਿਹਾ ਕਿ ਗਣਤੰਤਰਤਾ ਦਿਵਸ ਦੇ ਮੌਕੇ ਅਜਿਹੇ ਕੰਮ ਕਰਨ ਵਾਲੇ ਨੂੰ ਪੁਲਿਸ ਜ਼ਰੂਰ ਫੜੇਗੀ ਤੇ ਜੇਲ੍ਹ ਦੇ ਵਿੱਚ ਚੱਕੀ ਪਿਸਵਾਵੇਗੀ। ਦੱਸਣਾ ਬਣਦਾ ਕਿ ਲੱਖਾ ਸਿਧਾਣਾ ਬਠਿੰਡਾ ਰੈਲੀ ਦੇ ਵਿੱਚ ਪਹੁੰਚਿਆ ਸੀ। ਲੱਖੇ ਸਿਧਾਣੇ ਨੇ ਪਹਿਲਾਂ ਹੀ ਰੈਲੀ ਵਿੱਚ ਪਹੁੰਚਣ ਦਾ ਐਲਾਨ ਕੀਤਾ ਹੋਇਆ ਸੀ। ਦਿੱਲੀ ਪੁਲਿਸ ਨੇ ਕਿਸਾਨ ਟਰੈਕਟਰ ਪਰੇਡ ਦੌਰਾਨ ਹੋਏ ਹਿੰਸਾ ਦੇ ਮਾਮਲੇ ਵਿੱਚ ਲੱਖੇ ਦੀ ਗ੍ਰਿਫਤਾਰੀ ਵਾਸਤੇ 1 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ। ਸੋ ਸਵਾਲ ਉੱਠ ਰਹੇ ਸਨ ਕਿ ਦਿੱਲੀ ਪੁਲਿਸ ਲੱਖੇ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲ ਹੋਵੇਗੀ ਜਾਂ ਫਿਰ ਨਹੀਂ। ਵੈਸੇ ਰੈਲੀ ਦੇ ਵਿੱਚ ਵੱਡਾ ਇਕੱਠ ਹੋਣ ਕਰਕੇ ਦਿੱਲੀ ਪੁਲਿਸ ਦੇ ਲਈ ਗ੍ਰਿਫਤਾਰੀ ਵੱਡੀ ਚੁਣੌਤੀ ਬਣ ਗਈ। ਅਸਲ ਵਿੱਚ ਲੱਖਾ ਸਿਧਾਣਾ ਵੱਲੋਂ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਉਸ ਵੱਲੋਂ ਬਠਿੰਡਾ ਦੇ ਪਿੰਡ ਮਹਿਰਾਜ ਦੇ ਵਿੱਚ ਕੀਤੀ ਗਈ ਰੈਲੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਤੇ ਕਿਸਾਨ ਸ਼ਾਮਲ ਹੋਏ ਨੇ। ਉਧਰ ਲਗਾਤਾਰ ਇਸ ਗੱਲ ਦੀ ਚਰਚਾ ਨੇ ਵੀ ਜ਼ੋਰ ਫੜੀ ਰੱਖਿਆ ਕਿ ਰੈਲੀ ਤੋਂ ਬਾਅਦ ਲੱਖੇ ਸਿਧਾਣੇ ਦੀ ਕਿਸੇ ਵੀ ਵੇਲੇ ਗ੍ਰਿਫਤਾਰੀ ਹੋ ਸਕਦੀ ਹੈ, ਪਰ ਇਹੋ ਜਿਹਾ ਕੁਝ ਨਹੀਂ ਹੋਇਆ। ਦੂਜੇ ਪਾਸੇ ਪੰਜਾਬ ਪੁਲਿਸ ਦਾ ਕਹਿਣਾ ਕਿ ਉਹਨਾਂ ਨਾਲ ਦਿੱਲੀ ਦੀ ਪੁਲਿਸ ਨੇ ਕੋਈ ਰਾਬਤਾ ਨਹੀਂ ਕੀਤਾ, ਪਰ ਲੱਖੇ ਸਿਧਾਣੇ ਦੀ ਗ੍ਰਿਫਤਾਰੀ ਦਿੱਲੀ ਪੁਲਿਸ ਵਾਸਤੇ ਵਕਾਰ ਬਣੀ ਹੋਈ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਦੀਪ ਸਿੱਧੂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਆਪਾਂ ਜਾਣਦੇ ਹਾਂ ਕਿ ਦੀਪ ਸਿੱਧੂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ, 7 ਦਿਨ ਦੇ ਪੁਲਿਸ ਰਿਮਾਂਡ ਦੇ ਉੱਤੇ ਸੀ, ਫਿਰ 7 ਦਿਨ ਦਾ ਰਿਮਾਂਡ ਹੋਰ ਵਧਾ ਦਿੱਤਾ ਗਿਆ, ਹੁਣ 14 ਦਿਨ ਦੀ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਅਗਲੀ ਕਾਰਵਾਈ ਕੀ ਹੋਊਗੀ, ਪੁਲਿਸ ਦੇ ਵੱਲੋਂ ਕੀ ਕੀਤਾ ਜਾਊਗਾ, ਆਪਾਂ ਕੁਝ ਕਹਿ ਨਹੀਂ ਸਕਦੇ। ਇਸ ਮਾਮਲੇ ਦੇ ਵਿੱਚ ਕਾਨੂੰਨ ਨੇ ਕੀ ਕਰਨਾ, ਇਸ ਮਾਮਲੇ ਦੇ ਵਿੱਚ ਕੋਈ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ। ਪਰ ਲੱਖੇ ਸਿਧਾਣੇ ਦੇ ਵੱਲੋਂ ਮਹਿਰਾਜ ਪਿੰਡ ਦੇ ਵਿੱਚ ਜਿਹੜਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ, ਉਸ ਇਕੱਠ ਨੇ ਇੱਕ ਵਾਰ ਸਭ ਨੂੰ ਸੋਚਣ ਵਾਸਤੇ ਮਜਬੂਰ ਜ਼ਰੂਰ ਕਰ ਦਿੱਤਾ ਹੈ। ਇਹਦੇ ਵਿੱਚੋਂ ਕੁਝ ਕੁ ਗੱਲਾਂ ਨਿਕਲ ਕੇ ਸਾਹਮਣੇ ਆਈਆਂ। ਇੱਕ ਤਾਂ ਵੱਡੀ ਗੱਲ ਇਹ ਉੱਭਰ ਕੇ ਸਾਹਮਣੇ ਆਈ ਹੈ ਕਿ ਨੌਜਵਾਨ ਵਰਗ ਦਾ ਇੱਕ ਹਿੱਸਾ ਅਸੰਤੁਸ਼ਟ ਹੈ, ਕਿਉਂਕਿ ਚੰਗੇ ਵੱਡੇ ਨਵੇਂ ਪ੍ਰੋਗਰਾਮ ਨਹੀਂ ਉਲੀਕੇ ਗਏ ਇਸ ਵਕਤ। ਇਹਦੇ ਕਰਕੇ ਸ਼ਾਇਦ ਅਸੰਤੁਸ਼ਟੀ ਦੀ ਭਾਵਨਾ ਲਗਾਤਾਰ ਵੱਧ ਰਹੀ ਹੈ। 3 ਮਹੀਨੇ ਪੂਰੇ ਹੋਣ ਵਾਲੇ ਆ, ਇਸ ਕਰਕੇ ਨਿਰਾਸ਼ਾ ਨਾ ਪੈਦਾ ਹੋਵੇ। ਇਹਦੇ ਕਰਕੇ ਨੌਜਵਾਨ ਵਰਗ ਨੂੰ ਉਤਸ਼ਾਹਿਤ ਕਰਨ ਦੇ ਲਈ ਵੱਡੇ ਤੇ ਵੱਖਰੇ ਪ੍ਰੋਗਰਾਮ ਉਲੀਕਣੇ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਵੀ ਹੈਗੀ ਹੈ। ਲੱਖਾ ਸਿਧਾਣਾ ਨੇ ਰਾਜੇਵਾਲ ਹੋਰਾਂ ਨੂੰ ਵੀ ਸੁਨੇਹਾ ਦਿੱਤਾ, ਬਲਵੀਰ ਸਿੰਘ ਰਾਜੇਵਾਲ ਹੋਰਾਂ ਨੂੰ, ਕਿ ਤੁਸੀਂ ਇਹ ਨਾ ਕਿਹਾ ਕਰੋ ਕਿ ਭਾਈ ਨੋ ਕਮੈਂਟ ਜੇਕਰ ਕੋਈ ਮੇਰੇ ਬਾਰੇ ਜਾਂ ਦੀਪ ਬਾਰੇ ਗੱਲ ਕਰਦਾ। ਲੱਖਾ ਸਿਧਾਣਾ ਨੇ ਇਹ ਵੀ ਗੱਲ ਕਹੀ ਹੈ ਕਿ ਅਸੀਂ ਕਿਸੇ ਦੇ ਵੈਰੀ ਨਹੀਂ, ਅਸੀਂ ਕਿਸੇ ਦੇ ਖਿਲਾਫ ਨਹੀਂ, ਅਸੀਂ ਪੰਜਾਬ ਦੇ ਲਈ ਕੰਮ ਕਰਨ ਵਾਲੇ ਹਾਂ ਤੇ ਜੇਕਰ ਇਹ ਅੰਦੋਲਨ ਖਤਮ ਹੋ ਗਿਆ ਤਾਂ ਸਮਝ ਲਓ ਪੰਜਾਬ ਦੀਆਂ ਨਸਲਾਂ ਖਤਮ ਹੋ ਜਾਣੀਆਂ। ਲੱਖੇ ਨੇ ਇਹ ਗੱਲ ਕਹੀ ਹੈ ਕਿ ਅਸੀਂ ਸੋਧਾਂ ਦੇ ਉੱਤੇ ਬਿਲਕੁਲ ਨਹੀਂ ਮੰਨਣ ਵਾਲੇ। ਨਾਲ ਹੀ ਉਹਨੇ ਇਹ ਗੱਲ ਆਖੀ ਹੈ ਵੀ ਜੇਕਰ ਕੋਈ ਵੀ ਕਿਸਾਨ ਆਗੂ ਇਸ ਗੱਲ ਦੇ ਉੱਤੇ ਸਹਿਮਤੀ ਪ੍ਰਗਟਾਊਗਾ ਕਿ ਚਲੋ ਯਾਰ ਹੁਣ ਗੱਲ ਖਤਮ ਕਰਦੇ ਹਾਂ, ਆਪਾਂ ਸੋਧਾਂ ਦੇ ਉੱਤੇ ਮੰਨ ਜਾਂਦੇ ਹਾਂ, ਸਾਨੂੰ ਇਹ ਗੱਲ ਬਿਲਕੁਲ ਮਨਜ਼ੂਰ ਨਹੀਂ। ਕਾਨੂੰਨ ਤਿੰਨੇ ਰੱਦ ਹੋਣਗੇ, MSP ਦੀ ਲਿਖਤੀ ਤੌਰ ਦੇ ਉੱਤੇ ਗਰੰਟੀ ਹੋਊਗੀ ਤਾਂ ਇਹ ਅੰਦੋਲਨ ਖਤਮ ਹੋਊਗਾ, ਨਹੀਂ ਤਾਂ ਬਿਲਕੁਲ ਖਤਮ ਨਹੀਂ ਹੋਊਗਾ। ਨਾਲ ਹੀ ਉਹਨੇ ਇਹ ਗੱਲ ਕਹੀ ਆ ਕਿ ਵੱਧ ਤੋਂ ਵੱਧ ਨੌਜਵਾਨ ਬਾਰਡਰਾਂ ਦੇ ਉੱਤੇ ਪਹੁੰਚਣ, ਕਿਸਾਨ ਆਗੂਆਂ ਦੀ ਇੱਜ਼ਤ ਕਰਨ, ਸਾਰੇ ਏਕੇ ਦੇ ਵਿੱਚ ਚੱਲਣ। ਅਸੀਂ ਕਿਸੇ ਨੂੰ ਕੋਈ ਪੁੱਠੀ ਰਾਏ ਦੇਣ ਵਾਲੇ ਨਹੀਂ, ਨਾ ਅਸੀਂ ਇਹ ਚਾਹੁੰਦੇ ਆ ਕਿ ਕੋਈ ਵੱਖਰਾ ਸਾਡਾ ਫਰੰਟ ਹੋਵੇ, ਵੱਖਰਾ ਕੋਈ ਸਾਡਾ ਮੰਚ ਹੋਵੇ। ਅਸੀਂ ਚਾਹੁੰਦੇ ਆ ਕਿ ਕਿਸਾਨ ਜਥੇਬੰਦੀਆਂ ਮਜ਼ਬੂਤ ਹੋਣ, ਕਿਸਾਨ ਆਗੂ ਆਪਸ ਦੇ ਵਿੱਚ ਬਿਲਕੁਲ ਪਾਟਕ ਦਾ ਸ਼ਿਕਾਰ ਨਾ ਹੋਣ। ਕੇਂਦਰ ਦੀ ਸਰਕਾਰ ਨੂੰ, ਸੱਤਾਧਾਰੀ ਧਿਰ ਨੂੰ ਇਹੋ ਜਿਹਾ ਮੌਕਾ ਨਾ ਦਿੱਤਾ ਜਾਵੇ ਕਿ ਦੇਖੋ ਜੀ ਇਹ ਤਾਂ ਖਿਲਰ ਗਏ ਆ ਤੇ ਹੁਣ ਇਹਨਾਂ ਦਾ ਕਿਹੜਾ ਅੰਦੋਲਨ ਹੈ ਤੇ ਕਿਹੜੀ ਗੱਲ ਹੈ ਤੇ ਕਿਹੜੀ ਬਾਤ ਹੈ। ਉਹਨੇ ਇਹ ਵੀ ਗੱਲ ਕਹੀ ਹੈ ਲੱਖੇ ਨੇ ਕਿ ਇਸ ਵਕਤ ਦੁਨੀਆ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਕੇਂਦਰ ਦੀ ਸਰਕਾਰ ਦੇ ਉੱਤੇ, ਤੇ ਕੇਂਦਰ ਦੀ ਸਰਕਾਰ ਬੇਸ਼ੱਕ ਇਹ ਗੱਲ ਕਹਿੰਦੀ ਹੈ ਵੀ ਸਾਨੂੰ ਕੋਈ ਪਰਵਾਹ ਨਹੀਂ, ਅਸੀਂ ਪਰਵਾਹ ਨਹੀਂ ਕਰ ਦੇਗੇ, ਅਸੀਂ ਨਹੀਂ ਕਾਨੂੰਨ ਰੱਦ ਕਰ ਦੇਗੇ, ਪਰ ਅੰਦਰੋਂ ਹਿੱਲੀ ਪਈ ਹੈ। ਇਸ ਕਰਕੇ ਆਪਾਂ ਸਾਰਿਆਂ ਨੇ ਮਿਲ ਕੇ ਹੰਭਲਾ ਮਾਰਨਾ। ਸੋ 10 ਮਿੰਟ ਦੇ ਭਾਸ਼ਣ ਦੇ ਵਿੱਚ ਲੱਖੇ ਸਿਧਾਣੇ ਨੇ ਸਭ ਨੂੰ ਆਪਣੇ ਵਿਚਾਰਾਂ ਦੇ ਨਾਲ ਪ੍ਰਭਾਵਿਤ ਵੀ ਕੀਤਾ ਤੇ ਜਿਸ ਤਰੀਕੇ ਦੇ ਨਾਲ ਇਕੱਠ ਹੋਇਆ, ਤੇ ਜਿਵੇਂ ਉਹਨੇ ਇਹ ਵੀ ਗੱਲ ਕਹੀ ਹੈ ਵੀ ਜੇਕਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੋਈ ਨਵਾਂ ਪ੍ਰੋਗਰਾਮ ਉਲੀਕਿਆ ਜਾਂਦਾ ਅਸੀਂ ਉੱਥੇ ਵੀ ਜਾਣ ਨੂੰ ਤਿਆਰ ਹਾਂ। ਪਰ ਦਿੱਲੀ ਦੀ ਪੁਲਿਸ ਆ ਜਿਹੜੀ ਉਹ ਅੱਜ ਫਿਰ ਬੇਵੱਸ ਨਜ਼ਰ ਆਈ ਹੈ। ਦਿੱਲੀ ਦੀ ਪੁਲਿਸ ਦੇ ਬਾਬਤ ਇਹ ਵੀ ਗੱਲ ਕਹੀ ਹੈ ਲੱਖੇ ਨੇ ਮੰਚ ਤੋਂ ਕਿ ਜੇਕਰ ਤੁਹਾਡੇ ਪਿੰਡ ਦੇ ਵਿੱਚ ਕਿਸੇ ਨੂੰ ਦਿੱਲੀ ਦੀ ਪੁਲਿਸ ਨੋਟਿਸ ਦੇਣ ਆਉਂਦੀ ਹੈ, ਪੂਰਾ ਪਿੰਡ ਉਹਦਾ ਘਿਰਾਓ ਕਰੋ, ਗੁਰਦੁਆਰਾ ਸਾਹਿਬ ਦੇ ਵਿੱਚ ਹੋਕਾ ਦਵਾ ਦਿਓ, ਧਾਰਮਿਕ ਥਾਵਾਂ ਤੇ ਹੋਕੇ ਦਵਾਓ ਤਾਂ ਜੋ ਪੁਲਿਸ ਨੂੰ ਘੇਰਿਆ ਜਾ ਸਕੇ, ਪਰ ਕੋਈ ਹਿੰਸਾ ਨਹੀਂ ਕਰਨੀ ਤੇ ਅਸੀਂ ਉਹਨਾਂ ਦੇ ਨੋਟਿਸ ਸਵੀਕਾਰ ਨਹੀਂ ਕਰਨੇ, ਕਿਉਂਕਿ ਜੇਕਰ ਨੋਟਿਸਾਂ ਦੇ ਆਧਾਰ ਦੇ ਉੱਤੇ ਕਾਰਵਾਈਆਂ ਹੋਣ ਲੱਗ ਪਈਆਂ ਤਾਂ ਅੰਦੋਲਨ ਬਹੁਤ ਛੇਤੀ ਖਤਮ ਹੋ ਜਾਣਾ। ਇਸ ਕਰਕੇ ਬਹੁਤ ਵੱਡੇ ਪੱਧਰ ਦੇ ਉੱਤੇ ਚੁਣੌਤੀ ਦੇਣ ਦੀ ਗੱਲ ਕੀਤੀ ਗਈ ਹੈ ਦਿੱਲੀ ਦੀ ਪੁਲਿਸ ਦੇ ਲਈ, ਕੇਂਦਰ ਦੀ ਸਰਕਾਰ ਦੇ ਲਈ ਤੇ ਗੋਦੀ ਮੀਡੀਆ ਦੇ ਲਈ। ਲੱਖੇ ਦਾ ਵਿਸ਼ਾ ਇੱਕ ਬਹੁਤ ਵੱਡੀ ਚੁਣੌਤੀ ਵਾਲਾ ਬਣਿਆ ਹੋਇਆ। ਸੋ ਆਉਂਦੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਕੀ ਕਰਵਟ ਆਉਂਦੀ ਹੈ ਇਹ ਵਕਤ ਬਿਆਨ ਕਰੂਗਾ। ਪਰ ਜਿਸ ਤਰੀਕੇ ਦੇ ਨਾਲ BJP ਦੇ ਨੇਤਾਵਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ, ਖਾਸ ਕਰਕੇ ਮਾਸਟਰ ਮੋਹਨ ਲਾਲ ਹੋਰਾਂ ਦੇ ਵੱਲੋਂ ਕਿਹਾ ਗਿਆ ਕਿ ਚੱਕੀ ਪਸਵਾਈ ਜਾਊਗੀ ਲੱਖੇ ਸਿਧਾਣੇ ਤੋਂ, ਕਾਨੂੰਨ ਦੇ ਮੁਤਾਬਕ
ਨਿਯਮਾਂ ਦੇ ਮੁਤਾਬਕ ਜਿਹੜਾ ਵੀ ਬੰਦਾ ਗ੍ਰਿਫਤਾਰ ਹੁੰਦਾ ਕੀ ਉਹਦੇ ਤੇ ਕਾਰਵਾਈ ਹੁੰਦੀ ਆ ਕੁਝ ਕਹਿ ਨਹੀਂ ਸਕਦੇ, ਪਰ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਂ ਲੈ ਕੇ ਇਹ ਗੱਲ ਕਹਿਣੀ ਕਿ ਭਾਈ ਅਸੀਂ ਆਹ ਕੁਝ ਕਰਵਾਵਾਂਗੇ, ਪੁਲਿਸ ਆਹ ਕੁਝ ਕਰਵਾਊਗੀ, ਇਹ ਗੱਲ ਇਉਂ ਲੱਗਦਾ ਕਿ ਕਿਹੜਾ ਕੱਢਣ ਦੀ ਪ੍ਰਤੀਕ ਹੈ। ਸੋ ਕਿਹੜਾ ਤੋਂ ਬਾਹਰ ਨਿਕਲਣਾ ਚਾਹੀਦਾ। ਕਿਸਾਨ ਅੰਦੋਲਨ ਦੇ ਕਰਕੇ ਸਥਾਨਕ ਚੋਣਾਂ ਦੇ ਵਿੱਚ, ਸਥਾਨਕ ਸਰਕਾਰਾਂ ਦੀਆਂ ਚੋਣਾਂ ਦੇ ਵਿੱਚ ਬੀਜੇਪੀ ਦਾ ਪੰਜਾਬ ਦੇ ਅੰਦਰ ਕੀ ਬਣਿਆ, ਇਹਦੇ ਤੋਂ ਥੋੜ੍ਹਾ ਜਿਹਾ ਸਬਕ ਸਿੱਖਣ ਦੀ ਲੋੜ ਹੈ ਬੀਜੇਪੀ ਦੇ ਪੰਜਾਬ ਦੇ ਆਗੂਆਂ ਨੂੰ। ਵੱਖ-ਵੱਖ ਬਾਰਡਰਾਂ ਦੇ ਉੱਤੇ ਦਿੱਲੀ ਦੀ ਪੁਲਿਸ ਦੇ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਕੇਂਦਰ ਦੀ ਸਰਕਾਰ ਦੇ ਵੱਲੋਂ ਹਠੀ ਰਵੱਈਆ ਅਪਣਾਇਆ ਹੋਇਆ। ਉਹ ਇਸ ਗੱਲ ਦੇ ਉੱਤੇ ਮੰਨ ਕੇ ਰਾਜ਼ੀ ਨਹੀਂ ਕਿ ਅਸੀਂ ਕੁਝ ਗਲਤ ਕੀਤਾ। ਉਹ ਇੱਕੋ ਗੱਲ ਕਹਿੰਦੇ ਆ ਜੋ ਅਸੀਂ ਕੀਤਾ ਉਹ ਬਿਲਕੁਲ ਸਹੀ ਕੀਤਾ। ਲੋਕ ਗੁੰਮਰਾਹ ਕੀਤੇ ਗਏ ਹਨ, ਕਿਸਾਨ ਗੁੰਮਰਾਹ ਕੀਤੇ ਗਏ ਹਨ। ਇਹ ਗੱਲ ਕਹੀ ਜਾ ਰਹੀ ਹੈ ਕਿ ਭੀੜਾਂ ਦੇ ਨਾਲ ਕਦੇ ਕਾਨੂੰਨ ਨਹੀਂ ਰੱਦ ਹੁੰਦੇ। ਤੇ ਹੁਣ ਜਦੋਂ ਕਿਸਾਨ ਆਗੂ ਇਹ ਗੱਲ ਕਹਿੰਦੇ ਵੀ ਜੇਕਰ ਤੁਸੀਂ ਭੀੜਾਂ ਹੀ ਕਹਿੰਦੇ ਆ ਤਾਂ ਭੀੜਾਂ ਹੀ ਸਰਕਾਰਾਂ ਬਦਲਦੀਆਂ, ਫਿਰ ਤੁਸੀਂ ਕੋਈ ਗੱਲ ਨਹੀਂ, ਪੰਜੀ ਦਾ ਪਾਉਣਾ ਆਪਾਂ ਇਸੇ ਤਰੀਕੇ ਦੇ ਨਾਲ ਹੀ ਦੇਖ ਲੈਂਦੇ ਆ। ਪੱਛਮੀ ਬੰਗਾਲ ਤੱਕ ਹੁਣ ਇਸ ਕਿਸਾਨ ਅੰਦੋਲਨ ਦਾ ਅਸਰ ਦੇਖਣ ਨੂੰ ਮਿਲ ਰਿਹਾ। ਦੁਨੀਆ ਭਰ ਦੇ ਵਿੱਚ ਇਹਦੀ ਚਰਚਾ ਛਿੜੀ ਹੋਈ ਹੈ। ਪਰ ਟਿੱਕਰੀ ਬਾਰਡਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਬਦਨਾਮ ਕਰਨ ਵਾਲੇ, ਇਸ ਅੰਦੋਲਨ ਦੇ ਉੱਤੇ ਸਵਾਲ ਖੜੇ ਕਰਨ ਵਾਲੇ ਬੋਰਡ ਲੱਗੇ ਆ, ਜਿਵੇਂ ਵੱਖ-ਵੱਖ ਖੰਭਿਆਂ ਦੇ ਉੱਤੇ ਲਾ ਦਿੱਤੇ ਗਏ ਆ, ਜਿਸ ਤਰੀਕੇ ਦੇ ਨਾਲ ਵੱਖ-ਵੱਖ ਹੋਰ ਉੱਚੀਆਂ ਨੀਵੀਆਂ ਥਾਵਾਂ ਦੇ ਉੱਤੇ ਬੋਰਡ ਲਾਏ ਗਏ ਆ, ਤੇ ਉਹਨਾਂ ਦੇ ਉੱਤੇ ਜਿਵੇਂ ਲਿਖਿਆ ਹੋਇਆ ਕਿ ਤੁਹਾਨੂੰ ਇਹ ਮਜਮਾ ਹਟਾਉਣ ਦੇ ਲਈ ਕਿਹਾ ਜਾਂਦਾ, ਤੁਹਾਨੂੰ ਆਗਾਹ ਕੀਤਾ ਜਾਂਦਾ ਕਿ ਤੁਹਾਡੇ ਇਸ ਮਜਮੇ ਦੇ ਕਰਕੇ ਲੋਕ ਬੜੇ ਪਰੇਸ਼ਾਨ ਹਨ ਤੇ ਜੇਕਰ ਤੁਸੀਂ ਆਪਣਾ ਮਜਮਾ ਨਾ ਸਮੇਟਿਆ, ਨਾ ਤਿੱਤਰ-ਬਿੱਤਰ ਹੋਏ ਤਾਂ ਫਿਰ ਤੁਹਾਡੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕੁਝ ਕੁ ਲੋਕਾਂ ਦਾ ਇਹ ਕਹਿਣਾ ਜੀ ਕਿ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਲਾਏ ਗਏ ਬੋਰਡ ਆ, ਪਰ ਜਿਸ ਤਰੀਕੇ ਦੇ ਨਾਲ ਕਿਸਾਨ ਆਗੂਆਂ ਦੇ ਵੱਲੋਂ, ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਦਿੱਲੀ ਦੀ ਪੁਲਿਸ ਹੁਣ ਭੈੜੀਆਂ ਹਰਕਤਾਂ ਦੇ ਉੱਤੇ ਆਈ ਹੋਈ ਹੈ, ਅਸੀਂ ਉਹਨੂੰ ਚੁਣੌਤੀ ਦਿੰਦੇ ਹਾਂ ਤੇ ਚੇਤਾਵਨੀ ਦਿੰਦੇ ਹਾਂ ਕਿ ਭਾਈ ਆਹ ਕੁਝ ਕਰਨਾ ਬੰਦ ਕਰ ਦੇਵੇ। ਕਿਸਾਨ ਡਰਨ ਵਾਲੇ ਨਹੀਂ ਆ, ਕਿਸਾਨ ਮੁੜਨ ਵਾਲੇ ਨਹੀਂ ਆ। ਤੁਸੀਂ ਮਜਮਾ ਦੱਸਦੇ ਹੋ, ਇਹ ਸਾਡਾ ਅੰਦੋਲਨ ਆ। ਅੰਦੋਲਨ ਦੇ ਵਿੱਚੋਂ ਹੀ ਬਹੁਤ ਕੁਝ ਨਿਕਲਿਆ। ਸ਼ਹੀਦ ਭਗਤ ਸਿੰਘ ਦਾ ਵੀ ਇੱਕ ਅੰਦੋਲਨ ਸੀ, ਉਹਨਾਂ ਨੂੰ ਜੇਕਰ ਤੁਸੀਂ ਮਜਮੇ ਦੇ ਨਾਲ ਸੰਗਿਆ ਦਿਓ ਤਾਂ ਤੁਹਾਡੇ ਲਈ ਸ਼ਰਮਨਾਕ ਗੱਲ ਹੈ। ਇੱਥੇ ਕੋਈ ਤਮਾਸ਼ਾ ਕਰਨ ਲਈ ਨਹੀਂ ਕਿਸਾਨ ਆਏ, ਇੱਥੇ ਕੋਈ ਮੁਜਰਾ ਦੇਖਣ ਵਾਸਤੇ ਨਹੀਂ ਆਏ, ਇੱਥੇ ਕੋਈ ਮਸਤੀ ਦੇ ਲਈ ਨਹੀਂ ਆਏ। ਇੱਥੇ ਅਸੀਂ ਆਪਣੇ ਹੱਕ ਲੈਣ ਦੇ ਲਈ ਆਏ ਹਾਂ, ਆਪਣੀਆਂ ਮੰਗਾਂ ਕੇਂਦਰ ਦੀ ਸਰਕਾਰ ਦੇ ਕੋਲੋਂ ਮਨਵਾਉਣ ਦੇ ਲਈ ਆਏ ਹਾਂ। ਉਹ ਕੇਂਦਰ ਦੀ ਸਰਕਾਰ ਜਿਹਦੀ ਸੋਚ ਦੇ ਉੱਤੇ ਅਸਰ ਕੋਈ ਨਹੀਂ ਹੁੰਦਾ, ਉਹ ਕੇਂਦਰ ਦੀ ਸਰਕਾਰ ਜਿਹੜੀ ਹਠੀ ਰਵੱਈਆ ਅਪਣਾਈ ਬੈਠੀ ਹੈ, ਉਹਨੂੰ ਅਸੀਂ ਮਨਵਾ ਕੇ ਜਾਵਾਂਗੇ। ਅਸੀਂ ਕੋਈ ਮਜਮਾ ਲਾ ਕੇ ਨਹੀਂ ਬੈਠੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸੰਯੁਕਤ ਕਿਸਾਨ ਮੋਰਚਾ ਤੇ ਹੋਰ ਜਥੇਬੰਦੀਆਂ ਨੇ ਟਿੱਕਰੀ ਬਾਰਡਰ ਦੇ ਉੱਤੇ ਧਰਨੇ ਵਾਲੀ ਥਾਂ ਨੂੰ ਖਾਲੀ ਕਰਨ ਦੇ ਲਈ ਦਿੱਲੀ ਪੁਲਿਸ ਦੇ ਵੱਲੋਂ ਲਾਏ ਗਏ ਨੋਟਿਸਾਂ ਦੀ ਨਿਖੇਧੀ ਕੀਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਪੁਲਿਸ ਵੱਲੋਂ ਟਿੱਕਰੀ ਬਾਰਡਰ ਦੇ ਉੱਤੇ ਚੱਲ ਰਹੇ ਧਰਨੇ ਵਾਲੀ ਥਾਂ ਤੋਂ ਲੰਘਦੀ ਮੈਟਰੋ ਲਾਈਨ ਦੇ ਖੰਭਿਆਂ ਤੇ ਹੋਰ ਥਾਵਾਂ ਦੇ ਉੱਤੇ ਹਿੰਦੀ ਤੇ ਪੰਜਾਬੀ ਦੇ ਵਿੱਚ ਪੋਸਟਰ ਲਾਏ ਗਏ ਨੇ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਕਿਸਾਨ ਆਪਣੇ ਬੁਨਿਆਦੀ ਅਧਿਕਾਰਾਂ ਦੀ ਵਰਤੋਂ ਕਰਕੇ ਸ਼ਾਂਤੀ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ। ਅਸੀਂ ਪੁਲਿਸ ਦੇ ਇਸ ਕਦਮ ਦਾ ਵਿਰੋਧ ਕਰਦੇ ਹਾਂ ਤੇ ਕਿਸਾਨਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਜਾਰੀ ਰੱਖਣ ਦੀ ਅਪੀਲ ਕਰਦੇ ਹਾਂ। ਅਜਿਹੀਆਂ ਧਮਕੀਆਂ ਤੇ ਚੇਤਾਵਨੀਆਂ ਦੇ ਨਾਲ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਦੀਆਂ ਯੋਜਨਾਵਾਂ ਦਾ ਸਖਤ ਵਿਰੋਧ ਕੀਤਾ ਜਾਵੇਗਾ। ਇਸ ਨਾਲ ਕਿਸਾਨੀ ਸੰਘਰਸ਼ ਮਜ਼ਬੂਤ ਹੋਵੇਗਾ। ਉਹਨਾਂ ਨੇ ਕਿਹਾ ਕਿ ਸਥਾਨਕ ਮੁੰਡਕਾ ਥਾਣਾ ਪੁਲਿਸ ਦੇ ਵੱਲੋਂ ਇਹ ਨੋਟਿਸ ਲਾਏ ਗਏ ਨੇ, ਪਰ ਕਿਸਾਨਾਂ ਨੂੰ ਇਸ ਚੇਤਾਵਨੀ ਤੋਂ ਪਰੇਸ਼ਾਨ ਹੋਣ ਦੀ ਲੋੜ ਨਹੀਂ। ਉਹਨਾਂ ਨੇ ਕਿਹਾ ਕਿ ਇਹਨਾਂ ਪੋਸਟਰਾਂ ਦੀ ਕੋਈ ਵੀ ਅਹਿਮੀਅਤ ਨਹੀਂ, ਕਿਉਂਕਿ ਕਿਸਾਨ ਆਪਣੀਆਂ ਮੰਗਾਂ ਦੇ ਲਈ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਨੇ। ਦੱਸਣਾ ਬਣਦਾ ਹੈ ਕਿ ਦਿੱਲੀ ਪੁਲਿਸ ਦੇ ਵੱਲੋਂ ਟਿੱਕਰੀ ਬਾਰਡਰ ਦੇ ਉੱਤੇ ਬੈਠੇ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ। ਪੁਲਿਸ ਨੇ ਧਰਨੇ ਵਾਲੀ ਥਾਂ ਤੋਂ ਲੰਘਦੀ ਮੈਟਰੋ ਲਾਈਨ ਦੇ ਖੰਭਿਆਂ ਤੇ ਹੋਰ ਥਾਵਾਂ ਦੇ ਉੱਤੇ ਹਿੰਦੀ ਤੇ ਪੰਜਾਬੀ ਵਿੱਚ ਪੋਸਟਰ ਲਾਏ ਗਏ ਨੇ, ਜਿਹਦੇ ਵਿੱਚ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਥਾਂ ਖਾਲੀ ਨਾ ਕੀਤੀ ਗਈ ਤਾਂ ਇਹਦੇ ਉੱਤੇ ਤਿੱਖੀ ਕਾਰਵਾਈ ਕੀਤੀ ਜਾਵੇਗੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਦਿੱਲੀ ਦੀ ਪੁਲਿਸ ਦੇ ਵੱਲੋਂ ਹੋਛੀਆਂ ਹਰਕਤਾਂ ਦੇ ਉੱਤੇ ਉਤਰਿਆ ਗਿਆ, ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਗਿੱਦੜ ਧਮਕੀਆਂ ਦਿੱਤੀਆਂ ਜਾ ਰਹੀਆਂ, ਇਹਦੇ ਉੱਤੇ ਹੈਰਾਨੀ ਵੀ ਹੁੰਦੀ ਹੈ, ਇਹਦੇ ਉੱਤੇ ਦੁੱਖ ਵੀ ਹੁੰਦਾ ਹੈਗੇ। ਤਾਂ ਦਿੱਲੀ ਦੇ ਪੁਲਿਸ ਮੁਲਾਜ਼ਮ ਜਿੰਨੇ ਵੀ ਆ ਜਾਂ ਕਿਤੇ ਵੀ ਭਾਰਤ ਦੇ ਵਿੱਚ, ਦੁਨੀਆ ਦੇ ਵਿੱਚ ਵਸਣ ਵਾਲੇ ਲੋਕ ਆ, ਉਹ ਅੰਨ ਖਾਂਦੇ ਆ ਤਾਂ ਜਿਉਂਦੇ ਰਹਿੰਦੇ ਆ। ਇਸ ਕਰਕੇ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਕਿਸਾਨ ਅੰਨ ਜਿਹੜਾ ਵੀ ਪੈਦਾ ਕਰਦਾ, ਜਿਹੜੀ ਵੀ ਫਸਲ ਦੀ ਕਾਸ਼ਤ ਕਰਦਾ, ਉਹਦਾ ਸਤਿਕਾਰ ਸਾਨੂੰ ਦਿੱਲੀ ਤੌਰ ਦੇ ਉੱਤੇ ਕਰਨਾ ਚਾਹੀਦਾ। ਪਰ ਜਿਸ ਤਰੀਕੇ ਦੇ ਨਾਲ ਦਿੱਲੀ ਦੀ ਪੁਲਿਸ ਦੇ ਮੁੰਡਕਾ ਥਾਣੇ ਦੇ ਵੱਲੋਂ ਇਹ ਕੁਝ ਕੀਤਾ ਜਾ ਰਿਹਾ, ਜਿਵੇਂ ਕਿ ਰਿਪੋਰਟਾਂ ਆਈਆਂ, ਇਹ ਬੜੀ ਦੁਖਦਾਈ ਗੱਲ ਹੈ। ਹਾਲਾਂਕਿ ਵਿੱਚ ਵਿਚਾਲੇ ਖਬਰਾਂ ਵੀ ਆਈਆਂ ਸੀ, ਕੁਝ ਕੁ ਸ਼ਰਾਰਤੀ ਅਨਸਰਾਂ ਦੇ ਵੱਲੋਂ ਪੁਲਿਸ ਦੇ ਨਾਲ ਮਾਹੌਲ ਖਰਾਬ ਕਰਨ ਦੇ ਲਈ ਇਹ ਸਾਰੇ ਬੋਰਡ ਲਾਏ ਗਏ ਆ। ਪਰ ਹੁਣ ਇਸ ਗੱਲ ਦੀ ਪੁਸ਼ਟੀ ਹੁੰਦੀ ਜਾ ਰਹੀ ਹੈ ਕਿ ਮੈਟਰੋ ਦੇ ਖੰਭਿਆਂ ਦੇ ਉੱਤੇ ਇੱਕ ਦੋ ਨਹੀਂ, ਸਗੋਂ ਕਈ ਪੋਸਟਰ ਇਹੋ ਜਿਹੇ, ਕਈ ਬੋਰਡ ਇਹੋ ਜਿਹੇ ਟੰਗੇ ਗਏ ਆ
ਪਰ ਕਿਸਾਨ ਜਾਣ ਵਾਲੇ ਨਹੀਂ। ਜੇ ਕਿਸਾਨ ਕਿੱਲਾਂ ਗੱਡਣ ਦੇ ਨਾਲ ਨਹੀਂ ਗਏ, ਜੇ ਕਿਸਾਨ ਇੱਥੇ ਲਾਠੀ ਚਾਰਜ ਦੇ ਨਾਲ ਨਹੀਂ ਗਏ, ਜੇਕਰ ਗੁੰਡਿਆਂ ਬਦਮਾਸ਼ਾਂ ਦੇ ਵੱਲੋਂ ਵਾਰ-ਵਾਰ ਜਿਹੜੇ ਕਹਿੰਦੇ ਸੀ ਕਿ ਅਸੀਂ ਤਾਂ ਸਥਾਨਕ ਵਾਸੀ ਹਾਂ, ਹੈਗੇ ਸੀ ਉਹ ਸੱਤਾਧਾਰੀ ਧਿਰ ਦੇ ਕਰਿੰਦੇ, ਉਹਨਾਂ ਦੇ ਵੱਲੋਂ ਹਮਲਾ ਕਰਨ ਦੇ ਬਾਵਜੂਦ ਨਹੀਂ ਕਿਸਾਨ ਗਏ, ਜੇਕਰ ਇੱਥੇ ਪਾਣੀ ਦੀਆਂ ਵਿਛਾੜਾਂ ਕਰਕੇ ਨਹੀਂ ਗਏ, ਜੇਕਰ ਇੱਥੇ ਲਾਠੀ ਚਾਰਜ ਦੇ ਹੋਣ ਦੇ ਬਾਵਜੂਦ ਨਹੀਂ ਗਏ, ਤਾਂ ਕਿਸਾਨ ਇਹਨਾਂ ਬੋਰਡਾਂ ਨੂੰ ਪੜ੍ਹ ਕੇ ਵੀ ਸਹਿਮ ਕੇ ਜਾਣ ਵਾਲੇ ਨਹੀਂ ਆ। ਸੋ ਇਕੱਠ ਲਗਾਤਾਰ ਵੱਖ-ਵੱਖ ਬਾਰਡਰਾਂ ਦੇ ਉੱਤੇ ਵੱਧ ਰਿਹਾ। ਉਸ ਤੋਂ ਅਗਲੀ ਗੱਲ ਇਹ ਹੈ ਵੀ ਜੋ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਗੱਲ ਕਹੀ ਗਈ ਹੈ ਕਿ ਦਿੱਲੀ ਦੀ ਪੁਲਿਸ ਭੁਲੇਖਾ ਕੱਢ ਦੇਵੇ ਤੇ ਕੇਂਦਰ ਦੀ ਸਰਕਾਰ ਆਪਣਾ ਵਹਿਮ ਕੱਢ ਦੇਵੇ ਕਿ ਅਸੀਂ ਇੱਥੋਂ ਜਾਵਾਂਗੇ, ਅਸੀਂ ਮੰਗਾਂ ਮਨਵਾ ਕੇ ਜਾਵਾਂਗੇ, ਜੇਕਰ ਮੰਗਾਂ ਮੰਨੀਆਂ ਗਈਆਂ ਤਾਂ 24 ਘੰਟਿਆਂ ਦੇ ਵਿੱਚ ਅਸੀਂ ਮੁੜ ਜਾਵਾਂਗੇ, ਤੇ ਜੇਕਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਫਿਰ ਅਸੀਂ ਇੱਥੇ ਬੈਠੇ ਹਾਂ। ਸਾਡੀਆਂ ਗਰਮੀਆਂ ਦਾ ਪ੍ਰੋਗਰਾਮ ਵੀ ਇੱਥੇ ਤੈਅ ਹੈਗਾ ਤੇ ਗਰਮੀਆਂ ਦੇ ਮੱਦੇਨਜ਼ਰ ਹੁਣ ਵੱਖ-ਵੱਖ ਬਾਰਡਰਾਂ ਦੇ ਉੱਤੇ ਅਗਲੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਇੱਥੇ ਪਾਣੀ ਦੇ ਪ੍ਰਬੰਧ ਵਧਾਏ ਜਾ ਰਹੇ ਆ, ਇੱਥੇ ਖਾਣ ਪੀਣ ਦੇ ਪ੍ਰਬੰਧ ਵਧਾਏ ਜਾ ਰਹੇ ਆ, ਇੱਥੇ ਲੀੜੇ ਲੱਤੇ ਦੇ ਪ੍ਰਬੰਧ ਹੋਰ ਕੀਤੇ ਜਾ ਰਹੇ ਆ, ਇੱਥੇ ਮੰਜਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ, ਪੱਖਿਆਂ ਕੂਲਰਾਂ ਤੇ ਏਸੀ ਦਾ ਪ੍ਰਬੰਧ ਕੀਤਾ ਜਾ ਰਿਹਾ। ਜੋ ਵੀ ਗਰਮੀ ਦੇ ਵਿੱਚ ਲੋੜੀਂਦੀਆਂ ਚੀਜ਼ਾਂ ਹੁੰਦੀਆਂ ਉਹਨਾਂ ਦੀ ਪੂਰਤੀ ਦੇ ਵਾਸਤੇ ਪ੍ਰਬੰਧ ਕੀਤੇ ਜਾ ਰਹੇ ਆ। ਤੇ ਡਾਕਟਰੀ ਸੇਵਾਵਾਂ ਦੀ ਲੋੜ ਆ ਜਿਹੜੀ ਉਹ ਗਰਮੀ ਦੇ ਵਿੱਚ ਵੱਧ ਜਾਂਦੀ ਹੈ, ਕਿਉਂਕਿ ਮਲੇਰੀਆ ਦੇ ਕਰਕੇ, ਮੱਛਰ ਦੇ ਕਰਕੇ, ਡੇਂਗੂ ਦੇ ਕਰਕੇ, ਵਾਇਰਲ ਇਨਫੈਕਸ਼ਨ ਦੇ ਕਰਕੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਆ ਜਾਂਦੀਆਂ ਸਿਹਤ ਦੇ ਨਾਲ ਜੁੜੀਆਂ ਹੋਈਆਂ। ਇਹਦੇ ਕਰਕੇ ਉੱਥੇ ਡਾਕਟਰੀ ਕੈਂਪਾਂ ਦੀ ਜ਼ਰੂਰਤ ਵਧੀ ਹੋਈ ਹੈ। ਤੇ ਚੰਗੀ ਤਸੱਲੀ ਦੀ ਗੱਲ ਇਹ ਹੈ ਕਿ ਡਾਕਟਰੀ ਕਿੱਤੇ ਨਾਲ ਜੁੜੇ ਲੋਕ ਵੀ ਉੱਥੇ ਜਾ ਰਹੇ ਆ ਤੇ ਕੈਂਪਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਉੱਥੇ ਵਾਧਾ ਹੋਣ ਦੀ ਸੰਭਾਵਨਾ ਹੈ। ਪੰਜਾਬ ਦੇ ਵਿੱਚ ਕਰੋਨਾ ਮਹਾਮਾਰੀ ਇੱਕ ਵਾਰ ਫੇਰ ਪੈਰ ਪਸਾਰਦੀ ਹੋਈ ਪ੍ਰਤੀਤ ਹੋ ਰਹੀ ਹੈ। ਹੁਸ਼ਿਆਰਪੁਰ ਤੋਂ ਖਬਰਾਂ ਆ ਰਹੀਆਂ, ਜਲੰਧਰ ਦੇ ਵਿੱਚੋਂ ਵੀ, ਲੁਧਿਆਣਾ, ਮੋਹਾਲੀ ਦੇ ਵਿੱਚੋਂ, ਕਈ ਹੋਰ ਥਾਵਾਂ ਤੋਂ ਕਿ ਇੱਥੇ ਪਿਛਲੇ ਕੁਝ ਦਿਨਾਂ ਦੇ ਵਿੱਚ ਕੇਸਾਂ ਦੀ ਗਿਣਤੀ ਦੇ ਵਿੱਚ ਅਚਾਨਕ ਵਾਧਾ ਹੋ ਰਿਹਾ। ਹੁਸ਼ਿਆਰਪੁਰ ਦੇ ਵਿੱਚ ਇੱਕ ਦਿਨ ਦੇ ਵਿੱਚ 25-26 ਕੇਸ ਆ ਜਾਂਦੇ ਆ। ਪੰਜਾਬ ਦੇ ਵਿੱਚ ਮੌਤ ਦਰ ਫਿਰ ਵਧਣ ਦੀਆਂ ਖਬਰਾਂ ਪ੍ਰਾਪਤ ਹੋ ਰਹੀਆਂ। ਵੈਸੇ ਇਕੱਲੇ ਪੰਜਾਬ ਦੇ ਵਿੱਚ ਨਹੀਂ, ਭਾਰਤ ਦੇ ਬਾਕੀ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਕਰੋਨਾ ਦੇ ਕੇਸਾਂ ਦੀ ਗਿਣਤੀ ਵਿੱਚ ਇਜ਼ਾਫਾ ਹੋ ਰਿਹਾ। ਪਰ ਅਸੀਂ ਉਸ ਭਾਰਤ ਦੇ ਵਾਸੀ ਹਾਂ ਜਿੱਥੇ ਕਿ ਸਭ ਚੀਜ਼ਾਂ ਖੋਲ੍ਹ ਦਿੱਤੀਆਂ ਗਈਆਂ ਤੇ ਖੋਲ੍ਹਣਾ ਮਜਬੂਰੀ ਵੀ ਸੀ, ਕਿਉਂਕਿ ਲੋਕ ਆ ਜਿਹੜੇ ਉਹ ਚਾਹੁੰਦੇ ਆ ਕਿ ਸਰਕਾਰ ਕੋਈ ਮਦਦ ਕਰੇ। ਸਰਕਾਰ ਕਹਿੰਦੀ ਸਾਡੇ PM ਕੇਅਰ ਫੰਡ 'ਚ ਕੁਛ ਪਾ ਦਿਓ, ਕੋਈ ਕਹਿੰਦਾ ਸਾਡੇ CM ਕੇਅਰ ਫੰਡ 'ਚ ਕੁਛ ਪਾ ਦਿਓ। ਤੇ ਲੋਕ ਆਪਣੇ ਕੰਮਾਂ ਕਾਜਾਂ ਦੇ ਬੰਦ ਹੋਣ ਕਰਕੇ ਆਵਾਜ਼ਾਰ ਸੀ। ਲੋਕਾਂ ਨੂੰ ਵੀ ਕੰਮ ਖੁੱਲ੍ਹਣ ਦੀ ਕਾਹਲੀ ਸੀ ਤੇ ਸਰਕਾਰ ਵੀ ਇਹ ਚਾਹੁੰਦੀ ਸੀ ਕੰਮ ਚੱਲੂ ਤਾਂ ਸਾਨੂੰ ਟੈਕਸ ਆਊ, ਨਹੀਂ ਤਾਂ ਆਪਾਂ ਕਿਸੇ ਤੋਂ ਕੀ ਕਰਾਉਣਾ। ਸੋ ਹੁਣ ਜਦੋਂ ਫੇਰ ਮਹਾਮਾਰੀ ਵੱਧ ਰਹੀ ਹੈ, ਮਹਾਰਾਸ਼ਟਰ ਦੇ ਕੁਝ ਖੇਤਰਾਂ ਦੇ ਵਿੱਚ ਲੋਕਡਾਊਨ ਦੀਆਂ ਖਬਰਾਂ ਮਿਲੀਆਂ। ਪੰਜਾਬ ਦੇ ਵਿੱਚ 1 ਮਾਰਚ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਗੱਲ ਕਹੀ ਹੈ ਕਿ ਅਸੀਂ ਨਵੀਆਂ ਸਖਤੀਆਂ ਵਰਤ ਰਹੇ ਹਾਂ। ਇਹ ਗੱਲ ਕਹੀ ਗਈ ਹੈ ਕਿ ਇੰਡੋਰ ਪ੍ਰੋਗਰਾਮਾਂ ਦੇ ਵਿੱਚ 100 ਤੋਂ ਵੱਧ ਨਹੀਂ ਬੰਦਾ ਹੋਣਾ ਚਾਹੀਦਾ ਤੇ ਆਊਟਡੋਰ ਪ੍ਰੋਗਰਾਮਾਂ ਦੇ ਵਿੱਚ 200 ਤੋਂ ਵੱਧ ਬੰਦਾ ਨਹੀਂ ਹੋਣਾ ਚਾਹੀਦਾ ਤੇ ਰਾਤ ਦੇ ਵੇਲੇ ਕਈ ਥਾਵਾਂ ਦੇ ਉੱਤੇ ਕਰਫਿਊ ਲਾਉਣ ਦੀਆਂ ਵੀ ਯੋਜਨਾਵਾਂ ਬਣਾਈਆਂ ਜਾ ਰਹੀਆਂ। ਸੋ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਰੋਨਾ ਦਾ ਕਹਿਰ ਵੱਧ ਸਕਦਾ। ਤੇ ਇਹ ਵੀ ਪਤਾ ਲੱਗਾ ਕਿ ਪੰਜਾਬ ਦੇ ਕਈ ਸਕੂਲਾਂ ਦੇ ਵਿੱਚ ਅਧਿਆਪਕ ਤੇ ਵਿਦਿਆਰਥੀ ਬੱਚੇ ਆ ਜਿਹੜੇ ਉਹ ਕਰੋਨਾ ਪੋਜ਼ਿਟਿਵ ਪਾਏ ਗਏ ਆ, ਜਿਹਦੇ ਕਰਕੇ ਇਸ ਵਕਤ ਲੋਕਾਂ ਦੇ ਮਨ ਦੇ ਵਿੱਚ ਸਹਿਮ ਦਾ ਪਸਾਰਾ ਵੱਧ ਰਿਹਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਨੇ ਤੇ ਉਹਨਾਂ ਨੇ ਕਿਹਾ ਕਿ 1 ਮਾਰਚ ਤੋਂ ਪ੍ਰੋਗਰਾਮਾਂ ਦੇ ਵਿੱਚ ਕਿੰਨੇ ਲੋਕ ਜਾਣਗੇ ਇਹਦੀ ਗਿਣਤੀ ਤੈਅ ਕਰ ਦਿੱਤੀ ਗਈ ਹੈ। ਇਸ ਤੋਂ ਬਿਨਾਂ ਮਾਸਕ ਪਾਉਣ ਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਨੂੰ ਸਖਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਗਏ ਨੇ। ਨਾਲ ਹੀ ਹੁਕਮ ਜਾਰੀ ਕੀਤੇ ਗਏ ਨੇ ਕਿ ਇੱਕ ਦਿਨ ਦੇ ਵਿੱਚ 30,000 ਕਰੋਨਾ ਟੈਸਟ ਕੀਤੇ ਜਾਣਗੇ। ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਅੱਜ ਇੱਕ ਉੱਚ ਪੱਧਰੀ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਜ਼ਰੂਰਤ ਦੇ ਮੁਤਾਬਕ ਆਪਣੇ ਜ਼ਿਲ੍ਹੇ ਵਿੱਚ ਹੌਟ ਸਪੌਟ ਤੇ ਨਾਈਟ ਕਰਫਿਊ ਲਾਗੂ ਕਰਨ ਦੇ ਹੁਕਮ ਦਿੱਤੇ ਨੇ, ਜਿਸ ਵਿੱਚ ਮਾਈਕਰੋ ਕੰਟੇਨਮੈਂਟ ਰਣਨੀਤੀ ਅਪਣਾਈ ਜਾਣੀ ਚਾਹੀਦੀ ਹੈ। ਉਹਨਾਂ ਪੁਲਿਸ ਫੋਰਸ ਨੂੰ ਹਦਾਇਤ ਕੀਤੀ ਕਿ ਉਹ ਮਾਸਕ ਪਹਿਨਣ ਨੂੰ ਸਖਤੀ ਨਾਲ ਲਾਗੂ ਕਰਨ ਤੇ ਸਾਰੇ ਰੈਸਟੋਰੈਂਟਾਂ, ਮੈਰਿਜ ਪੈਲਸਾਂ ਵੱਲੋਂ ਕੋਵਿਡ ਮੋਨੀਟਰ ਦੇ ਨਾਲ ਆਬਕਾਰੀ ਤੇ ਕਰ ਵਿਭਾਗ ਨੂੰ ਨੋਡਲ ਏਜੰਸੀ ਬਣਾਇਆ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਹਰੇਕ ਪੋਜ਼ਿਟਿਵ ਵਿਅਕਤੀ ਦੇ ਸੰਪਰਕ ਦੇ ਵਿੱਚ ਆਏ 15 ਵਿਅਕਤੀਆਂ ਦੀ ਲਾਜ਼ਮੀ ਟੈਸਟਿੰਗ ਦੇ ਹੁਕਮ ਦਿੱਤੇ ਨੇ ਤੇ ਇਸ ਦੀ ਨਿਗਰਾਨੀ CPTOs ਦੇ ਵੱਲੋਂ ਕੀਤੀ ਜਾਵੇਗੀ, ਜਦਕਿ ਸਿਹਤ ਵਿਭਾਗ ਇਸ ਪ੍ਰਗਤੀ ਦਾ ਜਾਇਜ਼ਾ ਲਵੇਗਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਨਵੀਆਂ ਜਾਰੀ ਕੀਤੀਆਂ ਗਈਆਂ ਹਦਾਇਤਾਂ 1 ਮਾਰਚ ਤੋਂ ਲਾਗੂ ਹੋਣਗੀਆਂ। ਇਹਨਾਂ ਹਦਾਇਤਾਂ ਦੇ ਮੁਤਾਬਕ ਕਿਤੇ ਵੀ ਕੋਈ ਇਨਡੋਰ ਫੰਕਸ਼ਨ ਹੁੰਦਾ, ਮੰਨ ਲਓ ਕਿਸੇ ਪੈਲਸ ਦੇ ਅੰਦਰ ਹੁੰਦਾ, ਕਿਸੇ ਹੋਰ ਥਾਂ ਦੇ ਉੱਤੇ ਹੁੰਦਾ, ਕਿਸੇ ਹਾਲ ਦੇ ਵਿੱਚ ਹੁੰਦਾ, ਉੱਥੇ 100 ਤੋਂ ਵੱਧ ਲੋਕ ਨਹੀਂ ਹੋਣੇ ਚਾਹੀਦੇ। ਤੇ ਜੇਕਰ ਕੋਈ ਬਾਹਰ ਖੁੱਲ੍ਹੇ ਮੈਦਾਨ ਦੇ ਵਿੱਚ, ਜਿਹਨੂੰ ਅਸੀਂ ਆਊਟਡੋਰ ਕਹਿੰਦੇ ਆ, ਉਹਦੇ ਵਿੱਚ 200 ਤੋਂ ਵੱਧ ਲੋਕ ਨਹੀਂ ਕਿਤੇ ਹੋਣੇ ਚਾਹੀਦੇ। ਫਿਰ ਇਹ ਵੀ ਗੱਲ ਕਹੀ ਗਈ ਹੈ ਕਿ 1 ਮਾਰਚ ਨੂੰ ਇਸ ਗੱਲ ਦੇ ਉੱਤੇ ਫੈਸਲਾ ਕੀਤਾ ਜਾਊਗਾ ਕਿ ਸਿਨੇਮਾ ਹਾਲ ਦੇ ਵਿੱਚ, ਕਿਉਂਕਿ ਹੁਣ ਇਕੱਠ ਹੋਣਾ ਸ਼ੁਰੂ ਹੋ ਗਿਆ, ਫਿਲਮਾਂ ਦੇਖਣ ਜਾਂਦੇ ਲੋਕ, ਉਹਦੇ ਲਈ ਅਸੀਂ ਕਿੰਨੀ ਗਿਣਤੀ ਤੈਅ ਕਰਨੀ ਆ। ਕੁਝ ਕੁ ਹੋਰ ਜਿਹੜੇ ਰਾਤ ਦੇ ਵੇਲੇ ਕਰਫਿਊ ਦੇ ਜਿਹੜੇ ਆ ਜਾਂ ਰਾਤ ਦੇ ਵੇਲੇ ਕੋਈ ਹੋਰ ਜਿਹੜੀਆਂ ਉਹ ਪਾਬੰਦੀਆਂ ਦੀ
ਗੱਲ ਕੀਤੀ ਗਈ ਹੈ ਉਹ 1 ਮਾਰਚ ਤੋਂ ਲਾਗੂ ਹੋਣਗੀਆਂ। ਪਰ ਗੱਲ ਇਹ ਅਸਲ ਦੇ ਵਿੱਚ ਕਿ ਪੰਜਾਬ ਦੇ ਵਿੱਚ ਵੱਧ ਰਿਹਾ ਕਰੋਨਾ ਇੱਕ ਵਾਰ ਫਿਰ ਚਿੰਤਾ ਦੇ ਸਾਗਰ ਦੇ ਵਿੱਚ ਡੁਬੋਣ ਵਾਲੀ ਗੱਲ ਹੈ। ਹਾਲਾਂਕਿ ਕਈ ਲੋਕ ਇਹ ਗੱਲ ਕਹਿੰਦੇ ਆ ਕਿ ਕਰੋਨਾ ਦੇ ਨਾਂ ਦੇ ਉੱਤੇ ਡਰਾਮਾ ਹੋ ਰਿਹਾ, ਇਹ ਤਾਂ ਜੀ ਇੱਕ ਪਖੰਡ ਚੱਲ ਰਿਹਾ, ਇਹ ਤਾਂ ਜੀ ਸਰਕਾਰਾਂ ਮੁੱਦੇ ਤੋਂ ਧਿਆਨ ਭਟਕਾਉਣ ਦੇ ਲਈ ਸਭ ਕੁਝ ਕਰ ਰਹੀਆਂ। ਪਰ ਮੰਨੋ ਜਾਂ ਨਾ ਮੰਨੋ, ਇਹ ਸਭ ਦੀ ਆਪੋ ਆਪਣੀ ਮਰਜ਼ੀ ਆ। ਅਸੀਂ ਇਹ ਨਹੀਂ ਕਹਿੰਦੇ ਕਿ ਜ਼ਬਰਦਸਤੀ ਆ ਗੱਲ ਮੰਨੋ ਹੀ ਮੰਨੋ, ਪਰ ਵੈਸੇ ਆਪਾਂ ਨੂੰ ਬਚਾਅ ਜ਼ਰੂਰ ਰੱਖਣਾ ਚਾਹੀਦਾ, ਮਾਸਕ ਜ਼ਰੂਰ ਪਹਿਨਣਾ ਚਾਹੀਦਾ, ਕਿਉਂਕਿ ਸਾਡੇ ਕੋਲੇ ਦਵਾਈ ਤਾਂ ਹਲੇ ਹੈ ਹੀ ਨਹੀਂ। ਪਤਾ ਨਹੀਂ ਆਮ ਬੰਦੇ ਦੀ ਕਦੋਂ ਵਾਰੀ ਆਉਣੀ ਆ, ਉਹ ਵੀ ਉਸ ਦਵਾਈ ਦੇ ਮੌਕੇ, ਉਹ ਵੀ ਉਸ ਹਾਲਾਤ ਦੇ ਵਿੱਚ ਜਦੋਂ ਰਾਮਦੇਵ ਵਰਗੇ ਕਹਿੰਦੇ ਹੁਣ ਸਾਡੀ ਕੋਰੋਨਲ ਦਵਾਈ ਹੈ ਜਿਹੜੀ ਇਹ WHO ਦੇ ਵੱਲੋਂ ਸਰਟੀਫਾਈਡ ਹੈ, ਤੇ WHO ਦੇ ਵੱਲੋਂ ਕਹੀ ਜਾਵੇ ਵੀ ਅਸੀਂ ਤਾਂ ਇਹ ਸਰਟੀਫਾਈਡ ਕੀਤੀ ਨਹੀਂ। ਸੋ ਇਸ ਹਾਲਾਤ ਦੇ ਵਿੱਚ ਦਵਾਈਆਂ ਦੇ ਉੱਤੇ ਅਸੀਂ ਕੀ ਯਕੀਨ ਕਰਾਂਗੇ। 35,000 ਕਰੋੜ ਰੁਪਏ ਦੇ ਵਿੱਚ ਕਰੋਨਾ ਵੈਕਸੀਨ ਭਾਰਤ ਦੀ ਸਰਕਾਰ ਦੇ ਵੱਲੋਂ ਲਿਆਉਣ ਦੀ ਗੱਲ ਕੀਤੀ ਗਈ, ਤੇ ਜੇਕਰ ਕੋਰੋਨਲ ਹੀ ਲੈ ਕੇ ਆਉਣੀ ਸੀ ਤਾਂ ਫਿਰ 35,000 ਕਰੋੜ ਰੁਪਈਆ ਕਿਹੜੀ ਗੱਲੋਂ ਖਰਚਵਾ ਦਿੱਤਾ ਗਿਆ। ਹੁਣ ਸਵਾਲ ਇਹ ਇੰਡੀਅਨ ਮੈਡੀਕਲ ਕੌਂਸਲ ਦੇ ਵੱਲੋਂ ਕੀਤਾ ਗਿਆ। ਸੋ ਬਹੁਤ ਸਾਰੀਆਂ ਗੱਲਾਂ ਨੇ, ਪਰ ਸਾਡੇ ਕੋਲੇ ਬਚਾਅ ਦੇ ਲਈ ਜਿਹੜੇ 2-3 ਸਸਤੇ ਤੇ ਹਰ ਇੱਕ ਦੀ ਪਹੁੰਚ ਦੇ ਵਿੱਚ ਸਾਧਨ ਆ ਉਹ ਜ਼ਰੂਰ ਅਪਣਾਉਣੇ ਚਾਹੀਦੇ ਆ। ਮਾਸਕ ਪਹਿਨ ਕੇ ਰੱਖੋ, ਥੋੜ੍ਹਾ ਜਿਹਾ ਨਿਯਮਾਂ ਦਾ ਪਾਲਣ ਕਰੋ, ਸੋਸ਼ਲ ਡਿਸਟੈਂਸਿੰਗ ਦਾ, ਸਰੀਰਕ ਦੂਰੀ ਦਾ ਪਾਲਣ ਕਰੀਏ, ਹੱਥ ਸੈਨੀਟਾਈਜ਼ ਕਰਦੇ ਰਹਿਣਾ ਚਾਹੀਦਾ, ਤੇ ਅਸੀਂ ਥੋੜ੍ਹਾ ਜਿਹਾ ਗੁਰੇਜ਼ ਕਰੀਏ ਬਹੁਤੇ ਇਕੱਠ ਦੇ ਵਿੱਚ ਜਾਣ ਤੋਂ, ਕਿਉਂਕਿ ਬਾਅਦ ਦੇ ਵਿੱਚ ਸਾਡੇ ਕੋਲੇ ਇਕੱਲਾ ਪਛਤਾਵਾ ਰਹਿ ਜਾਂਦਾ, ਕੰਮ ਛੁੱਟ ਜਾਂਦਾ, ਪੈਸੇ ਖਰਚ ਹੁੰਦੇ ਆ, ਜ਼ਿੰਦਗੀ ਦਾਅ 'ਤੇ ਲੱਗ ਜਾਂਦੀ ਹੈ। ਇੱਕ ਪ੍ਰਭਾਵਿਤ ਬੰਦਾ ਕਈ ਹੋਰਨਾਂ ਨੂੰ ਲੈ ਡਿੱਗਦਾ। ਇਸ ਕਰਕੇ ਆਪਣੀ ਤੇ ਆਪਣਿਆਂ ਦੀ ਜ਼ਿੰਦਗੀ ਦਾ ਖਿਆਲ ਕਰਨਾ ਚਾਹੀਦਾ, ਤੇ ਸਰਕਾਰਾਂ ਦੇ ਉੱਤੇ ਬਹੁਤੀ ਟੇਕ ਰੱਖਣੀ ਜਾਂ ਨਾ ਰੱਖਣੀ ਇਹ ਸਭ ਦੀ ਆਪੋ ਆਪਣੀ ਮਰਜ਼ੀ ਹੈ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।